ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਯਾਨੀ ਕਿ ਆਪਣੀ ਪਾਰਟੀ ਦੇ ਚੀਫ ਵਿਪ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਸਿਵਲ ਸੈਕਟਰੀਏਟ ਦੇ ਵਿੱਚ ਦਫ਼ਤਰ ਦੇਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤੇ ਹੁਣ ਉਹਨਾਂ ਦੇ ਲਈ ਚੌਥੀ ਮੰਜ਼ਲ ਦੇ ਉੱਪਰ ਕਮਰਾ ਤਿਆਰ ਕੀਤਾ ਜਾ ਰਿਹਾ ਹੈ। ਇਸ ਦਫ਼ਤਰ ਦੇ ਵਿੱਚ ਸਟਾਫ ਵੀ ਦਿੱਤਾ ਜਾਵੇਗਾ। ਜੋ ਜਾਣਕਾਰੀ ਮਿਲੀ ਹੈ ਕਿ ਚੌਥੀ ਮੰਜ਼ਲ ਦੇ ਉੱਪਰ ਕਮਰੇ ਦੀ ਭਾਲ ਕਰ ਲਈ ਗਈ ਹੈ ਤੇ ਹੁਣ ਉੱਥੇ ਰੈਨੋਵੇਟ ਦਾ ਕੰਮ ਚੱਲ ਰਿਹਾ ਤਾਂ ਜੋ ਉਸ ਨੂੰ ਦਫ਼ਤਰੀ ਰੂਪ ਦਿੱਤਾ ਜਾ ਸਕੇ, ਜਿੱਥੇ ਬਲਜਿੰਦਰ ਕੌਰ ਬੈਠਣਗੇ ਸਿਵਲ ਸੈਕਟਰੀਏਟ ਦੀ ਚੌਥੀ ਮੰਜ਼ਲ ਦੇ ਉੱਪਰ। ਤਾਂ ਇੱਥੇ ਜਿਹੜਾ ਸਟਾਫ ਹੈਗਾ, ਜੋ ਜਾਣਕਾਰੀ ਮਿਲੀ ਹੈ, ਇੱਕ ਪੀਏ ਨਿਯੁਕਤ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਇੱਕ ਸਟਾਫ ਮੈਂਬਰ ਹੋਰ ਇੱਥੇ ਤੈਨਾਤ ਕਰ ਦਿੱਤਾ ਗਿਆ। ਐਨਆਈਏ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਤੇ ਹਰਿਆਣਾ ਦੇ 8 ਮੋਸਟ ਵਾਂਟਡ ਗੈਂਗਸਟਰਾਂ ਦੇ ਉੱਪਰ ਇਨਾਮ ਰੱਖ ਦਿੱਤਾ। ਹੁਣ ਇਹਨਾਂ ਦੇ ਸਿਰ ਦੇ ਉੱਪਰ 5-5 ਲੱਖ ਰੁਪਏ ਤੇ ਕਈਆਂ ਦੇ ਉੱਪਰ 1 ਲੱਖ ਰੁਪਏ ਇਨਾਮ ਰੱਖਿਆ। 5-5 ਲੱਖ ਜੋ ਇਨਾਮ ਰੱਖੇ ਹੋਏ ਨੇ, ਇਹਨਾਂ ਦੇ ਵਿੱਚ ਹੈ ਗੈਂਗਸਟਰ ਅਰਸ਼ ਡੱਲਾ ਜੋ ਕੈਨੇਡਾ ਬੈਠਾ ਹੋਇਆ ਤੇ ਗੌਰਵ ਪਟਿਆਲ। ਇਹਨਾਂ ਦੋਵਾਂ ਦੇ ਉੱਪਰ 5-5 ਲੱਖ ਰੁਪਏ ਐਨਆਈਏ ਨੇ ਇਨਾਮ ਰੱਖਿਆ ਹੋਇਆ। ਇਸ ਤੋਂ ਇਲਾਵਾ ਜੋ 1-1 ਲੱਖ ਰੁਪਏ ਦਾ ਇਨਾਮ ਹੈਗੇ ਨੇ ਜਿਨ੍ਹਾਂ ਗੈਂਗਸਟਰਾਂ ਦੇ ਉੱਪਰ, ਉਹਨਾਂ ਦਾ ਨਾਮ ਹੈ ਸੰਦੀਪ ਉਰਫ ਬੰਦਰ, ਸੁਖਦੂਲ ਸਿੰਘ, ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ, ਦਿਨੇਸ਼ ਸ਼ਰਮਾ, ਨੀਰਜ ਪੰਡਤ ਤੇ ਨਾਲ ਦੀ ਨਾਲ ਹੈ ਦਲੇਸ਼ ਸਿੰਘ ਕੋਟੀਆ। ਇਹਨਾਂ ਦੇ ਸਿਰ ਦੇ ਉੱਪਰ 1-1 ਲੱਖ ਰੁਪਏ ਦਾ ਇਨਾਮ ਹੈ। ਵਿਜੀਲੈਂਸ ਬਿਊਰੋ ਵੱਲੋਂ 48 ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਇੱਕ ਲਿਸਟ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ, ਜਿਨ੍ਹਾਂ ਦੇ ਉੱਪਰ ਇਲਜ਼ਾਮ ਨੇ ਕਿ ਇਹ ਆਪਣੇ ਚਹੇਤੇ ਡੀਡ ਰਾਈਟਰ ਹੋ ਗਏ ਤੇ ਨਾਲ ਦੀ ਨਾਲ ਪ੍ਰਾਈਵੇਟ ਵਿਅਕਤੀਆਂ ਦੇ ਰਾਹੀਂ ਰਜਿਸਟਰੀਆਂ ਕਰਨ ਦੀ ਰਿਸ਼ਵਤ ਜਿਹੜੀ ਹੈ ਉਹ ਲੈ ਰਹੇ ਸਨ। ਜਿਸ ਤੋਂ ਬਾਅਦ ਵਿਜੀਲੈਂਸ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੁਣ ਇਹ ਸਾਰੇ ਜਿਹੜੇ ਹੈਗੇ ਹੜਤਾਲ ਤੇ ਚਲੇ ਗਏ ਨੇ। ਤਾਂ ਵਿਜੀਲੈਂਸ ਦੇ ਖਿਲਾਫ ਜੋ ਇਹ ਪ੍ਰੋਟੈਸਟ ਕਰ ਰਹੇ ਨੇ ਤੇ 17 ਜ਼ਿਲ੍ਹਿਆਂ ਦੀਆਂ ਤਹਿਸੀਲਾਂ ਦੇ ਵਿੱਚ ਅੱਜ ਵੀ ਕੰਮਕਾਜ ਪੂਰੀ ਤਰ੍ਹਾਂ ਦੇ ਨਾਲ ਠੱਪ ਰਿਹਾ। ਪਿਛਲੇ 3 ਦਿਨ ਤੋਂ ਅਜਿਹਾ ਜਿਹੜਾ ਸਟ੍ਰਾਈਕ ਕੀਤੀ ਜਾ ਰਹੀ ਹੈ ਇਹਨਾਂ ਵੱਡੇ ਅਫਸਰਾਂ ਵੱਲੋਂ, ਜਿਸ ਦੇ ਨਾਲ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਮੁੱਦੇ ਦੇ ਉੱਪਰ ਸੁਖਪਾਲ ਸਿੰਘ ਖਹਿਰਾ ਨੇ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਇਹਨਾਂ ਅਫਸਰਾਂ ਨੂੰ ਜਿਹੜਾ ਹੈਗਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਜੀਲੈਂਸ ਦੀ ਲਿਸਟ ਦੇ ਵਿੱਚ ਖਹਿਰਾ ਨੇ ਕਿਹਾ ਕਿ ਜੋ ਵਿਜੀਲੈਂਸ ਨੇ ਲਿਸਟ ਬਣਾਈ ਹੈ ਉਸ ਦੇ ਵਿੱਚ ਇੱਕ ਤਹਿਸੀਲਦਾਰ ਅਜਿਹਾ ਵੀ ਹੈ ਜਿਸ ਦੀ 3 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਖਹਿਰਾ ਨੇ ਕਿਹਾ ਕਿ ਮਾਨ ਸਰਕਾਰ ਇਹਨਾਂ ਅਫਸਰਾਂ ਦੇ ਵਿਰੁੱਧ ਜਾਣਬੁੱਝ ਕੇ ਕਾਰਵਾਈ ਕਰ ਰਹੀ ਹੈ, ਪਰ ਆਪਣੇ ਮੰਤਰੀ ਲਾਲਚੰਦ ਕਟਾਰੂ ਚੱਕ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੇ ਖਿਲਾਫ ਹਾਲੇ ਤੱਕ ਵੀ ਕਾਰਵਾਈ ਨਹੀਂ ਕੀਤੀ ਗਈ। ਉਧਰ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਤਹਿਸੀਲਾਂ ਦੇ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਖੱਜਲ ਖੁਆਰੀ ਰੋਕਣ ਦੇ ਲਈ ਹੇਠਲੇ ਪੱਧਰ ਤੱਕ ਦੇ ਸਟਾਫ ਨੂੰ ਜਿਹੜਾ ਹੈਗਾ ਉਹ ਚੁਕੰਨਾ ਰਹਿਣ ਦੀ ਹਦਾਇਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਦਿਸ਼ਾ ਦੇ ਵਿੱਚ ਕਿਹਾ ਹੋਇਆ ਕਿ ਸਿਸਟਮ ਦੇ ਵਿੱਚ ਪਾਰਦਰਸ਼ਤਾ ਜ਼ਰੂਰੀ ਚਾਹੀਦੀ ਹੈ ਤੇ ਲੋਕਾਂ ਦੀ ਖੱਜਲ ਖੁਆਰੀ ਘੱਟ ਹੋਣੀ ਚਾਹੀਦੀ ਹੈ। ਜੇਕਰ ਕੋਈ ਅਜਿਹਾ ਕਰਮਚਾਰੀ ਕਰਦਾ ਪਾਇਆ ਗਿਆ ਤਾਂ ਸਰਕਾਰ ਉਸ ਦੇ ਖਿਲਾਫ ਨਰਮੀ ਨਹੀਂ ਵਰਤੇਗੀ। ਜਲਾਲਾਬਾਦ ਦੇ ਵਿੱਚ ਹੈਰੋਇਨ ਦੀ ਇੱਕ ਖੇਪ ਡਰੋਨ ਦੇ ਨਾਲ ਮਿਲੀ ਹੈ। ਥਾਣਾ ਸਦਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਣਪਛਾਤਿਆਂ ਦੇ ਖਿਲਾਫ ਧਾਰਾ 21, 23, 61, 85 ਐਨਡੀਪੀਐਸ ਦੀ ਜਿਹੜੀ ਧਾਰਾ ਹੈਗੀ ਹੈ 10, 11 ਤੇ 12 에ਅਰਕ੍ਰਾਫਟ ਐਕਟ 1934 ਦੇ ਤਹਿਤ ਪਰਚਾ ਦਰਜ ਕਰ ਲਿਆ। ਜੋ ਡਰੋਨ ਦੇ ਰਾਹੀਂ ਖੇਪ ਮਿਲੀ ਹੈ ਇਸ ਦੇ ਵਿੱਚ 2 ਕਿਲੋ 130 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੱਛਮੀ ਬੰਗਾਲ ਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਜੋ ਹੈਗੀ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਂ ਤਾਜ਼ਾ ਮਾਮਲਾ ਜੋ ਜਾਣਕਾਰੀ ਆਈ ਹੈ ਕਿ ਵੀਰਵਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਜਿਹੜੇ ਹਮਲਾਵਰ ਹੁੰਦੇ ਆ ਉਹ ਪੁਰੂਲੀਆ ਜ਼ਿਲ੍ਹੇ ਦੇ ਅਦਾਰਾ ਦੇ ਵਿੱਚ ਪਾਰਟੀ ਦਫ਼ਤਰ ਦੇ ਵਿੱਚ ਦਾਖਲ ਹੋ ਕੇ ਟਾਊਨ ਕਮੇਟੀ ਦੇ ਪ੍ਰਧਾਨ ਧਨਜੇ ਚੌਬੇ ਨੂੰ ਗੋਲੀ ਮਾਰ ਜਾਂਦੇ ਨੇ। ਫਿਰ ਇਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤਾਂ ਚੌਬੇ ਦੀ ਬੋਡੀਗਾਰਡ ਨੂੰ ਵੀ ਗੋਲੀ ਲੱਗੀ ਹੈ। ਫਿਲਹਾਲ ਦੋਵੇਂ ਜਿਹੜੇ ਹੈਗੇ ਨੇ ਉਹ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਜਾਂਦਾ, ਪਰ ਚੌਬੇ ਦੇ ਜ਼ਿਆਦਾ ਜ਼ਖਮ ਹੋਣ ਦੇ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉੜੀਸਾ ਦੇ ਬਾਲਾਸੋਰ ਦੇ ਵਿੱਚ ਜੋ ਭਿਆਨਕ ਰੇਲ ਹਾਦਸਾ ਹੋਇਆ ਸੀ ਤਾਂ ਇਸ ਤੋਂ ਬਾਅਦ ਰੇਲ ਮੰਤਰਾਲੇ ਨੇ ਅਧਿਕਾਰੀਆਂ ਨੂੰ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੰਦੇ ਹੋਏ ਵੱਡੀ ਕਾਰਵਾਈ ਕੀਤੀ ਹੈ। ਮੰਤਰਾਲੇ ਨੇ ਦੱਖਣ ਪੂਰਬੀ ਰੇਲਵੇ ਦੇ ਖੜਗਪੁਰ ਡਿਵੀਜ਼ਨ ਦੇ ਡੀਆਰਐਮ, ਪੀਐਸਐਸਟੀ, ਪੀਐਸਓ ਤੇ ਨਾਲ ਦੀ ਨਾਲ ਪੀਸੀਸੀਐਮ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਜੋ ਤਬਾਦਲਾ ਕੀਤਾ ਗਿਆ ਇਸ ਤੋਂ ਬਾਅਦ ਹੁਣ ਨਵੇਂ ਡੀਆਰਐਮ ਜਿਹੜੇ ਹੈਗੇ ਨੇ ਕੇਆਰ ਚੌਧਰੀ ਹੋਣਗੇ, ਜਦ ਕਿ ਸਤਿਆਕੀ ਨਾਥ ਨੂੰ ਖੜਗਪੁਰ ਰੇਲਵੇ ਡਿਵੀਜ਼ਨ ਦਾ ਨਵਾਂ ਪੀਸੀਐਸਓ ਨਿਯੁਕਤ ਕਰ ਦਿੱਤਾ ਗਿਆ।
KR ਚੌਧਰੀ ਪਹਿਲਾਂ ਅਜਮੇਰ ਦੇ ਵਿੱਚ ਕੰਮ ਕਰ ਰਹੇ ਸਨ। 21 ਦਿਨਾਂ ਬਾਅਦ ਹੋਈ ਇਹ ਕਾਰਵਾਈ, ਜੋ ਤਬਦੀਲੀਆਂ ਕੀਤੇ ਨੇ, ਤਬਾਦਲੇ ਕੀਤੇ ਨੇ, 21 ਦਿਨਾਂ ਬਾਅਦ ਕੀਤੇ ਗਏ ਨੇ। ਇਸ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ 2 ਜੂਨ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਦਾ ਦੇਸ਼ ਦੇ ਵਿੱਚ, ਜਿਸ ਦੇ ਵਿੱਚ ਸੈਂਕੜੇ ਯਾਤਰੀਆਂ ਦੀ ਮੌਤ ਹੋ ਜਾਂਦੀ ਹੈ। ਹਾਦਸੇ ਤੋਂ ਬਾਅਦ ਅਧਿਕਾਰੀਆਂ ਨੇ ਸਾਂਝੇ ਨੋਟ ਦੇ ਵਿੱਚ ਹਾਦਸੇ ਦਾ ਮੁੱਖ ਕਾਰਨ ਇੰਟਰਲੌਕਿੰਗ ਸਿਸਟਮ ਦੇ ਵਿੱਚ ਬਦਲਾਅ ਮੰਨਿਆ ਸੀ। ਇਹ ਹਾਦਸਾ ਜਿਹੜਾ ਹੈਗਾ ਪੁਆਇੰਟ ਮਸ਼ੀਨ ਦੀ ਵਾਇਰਿੰਗ ਦੇ ਵਿੱਚ ਤਬਦੀਲੀ ਆਉਣ ਦੇ ਕਾਰਨ ਵਾਪਰਿਆ ਅਜਿਹਾ ਦੱਸਿਆ ਗਿਆ। ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਵਿੱਚ ਬਰਾਤੀਆਂ ਦੇ ਨਾਲ ਭਰੀ ਹੋਈ ਬੱਸ ਹਾਈਵੇ ਕੰਢੇ ਪਲਟ ਜਾਂਦੀ ਹੈ। ਬੱਸ ਦੇ ਵਿੱਚ ਸਵਾਰ ਮਾਸੂਮਾਂ ਦੀ ਮੌਕੇ ਤੇ ਹੀ 2 ਬੱਚੇ ਜਿਹੜੇ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ, ਜਦਕਿ 3 ਦਰਜਨ ਤੋਂ ਵੱਧ ਬਰਾਤੀ ਜ਼ਖਮੀ ਹੋ ਜਾਂਦੇ ਨੇ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਬੱਸ ਦੇ ਵਿੱਚ ਫਸੇ ਹੋਏ ਯਾਤਰੀਆਂ ਨੂੰ ਬਾਹਰ ਕੱਢਿਆ ਜਾਂਦਾ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ। ਹਾਦਸੇ ਦੇ ਵਿੱਚ 2 ਬੱਚੇ ਦੀ ਮੌਤ ਹੋਣ ਦਾ ਕਾਰਨ ਜਿਹੜਾ ਹੈਗਾ ਵਿਆਹ ਖੁਸ਼ੀਆਂ ਦੇ ਵਿੱਚੋਂ ਹੁਣ ਗਮ ਦੇ ਵਿੱਚ ਬਦਲ ਜਾਂਦਾ ਹੈ। ਹਮੀਰਪੁਰ ਜ਼ਿਲ੍ਹੇ ਦੇ ਕੁਰਾਰਾ ਕਸਬੇ ਤੋਂ ਬਰਾਤ ਲੈ ਕੇ ਇੱਕ ਨਿੱਜੀ ਯੂਪੀ ਦੀ ਬੱਸ ਨੌਗਾਂਵ ਜਾ ਰਹੀ ਹੁੰਦੀ ਹੈ, ਜਿਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ। ਜੰਮੂ ਕਸ਼ਮੀਰ ਦੇ ਮਾਛਿਲ ਸੈਕਟਰ ਦੇ ਵਿੱਚ ਸੁਰੱਖਿਆ ਬਲਾਂ ਨੇ ਘੁਸਪੈਠ ਨੂੰ ਨਾਕਾਮ ਕਰਦਿਆਂ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਕਿ ਸਾਂਝੇ ਆਪਰੇਸ਼ਨ ਦੇ ਵਿੱਚ ਫੌਜ ਅਤੇ ਪੁਲਿਸ ਨੇ ਕੁਪਵਾੜਾ ਦੇ ਵਿੱਚ ਮਾਛਿਲ ਸੈਕਟਰ ਦੇ ਕਾਲਾ ਜੰਗਲ ਦੇ ਵਿੱਚ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ, ਜੋ ਮਕਬੂਜ਼ਾ ਕਸ਼ਮੀਰ ਤੋਂ ਭਾਰਤ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ। ਸੁਰੱਖਿਆ ਬਲਾਂ ਨੇ ਪਿਛਲੇ ਸ਼ੁੱਕਰਵਾਰ ਜੋ ਬੀਤਿਆ ਉਦੋਂ ਵੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨ ਦੇ ਦੌਰਾਨ 5 ਅੱਤਵਾਦੀ ਢੇਰ ਕਰ ਦਿੱਤੇ ਸਨ। ਤੇ ਹੁਣ ਵਧਾਂਗੇ ਕੁਝ ਅੰਤਰਰਾਸ਼ਟਰੀ ਖਬਰਾਂ ਵੱਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੇ ਪਹੁੰਚੇ ਹੋਏ ਨੇ। ਇਸ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਸਰੀ ਵਾਰ ਅਮਰੀਕਾ ਦੀ ਸੰਸਦ ਦੇ ਵਿੱਚ ਸੰਬੋਧਨ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਦੋਵੇਂ ਮਿਲ ਕੇ ਚੱਲਣਗੇ। ਦੋਵੇਂ ਦੇਸ਼ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਮੱਲਾ ਮਾਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ AI ਦਾ ਮਤਲਬ ਅਮਰੀਕਾ ਤੇ ਇੰਡੀਆ, ਯਾਨੀ ਕਿ AI ਇੰਟੈਲੀਜੈਂਸ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ AI ਅਮਰੀਕਾ ਤੇ ਇੰਡੀਆ ਦੱਸਿਆ। ਇਸ ਤੋਂ ਇਲਾਵਾ PM ਨੇ ਕਿਹਾ ਕਿ ਜਲਦ ਭਾਰਤ ਜਿਹੜਾ ਹੈਗਾ ਤੀਸਰੀ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਵਾਲਾ ਦੇਸ਼ ਬਣ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇੱਕ ਰਿਪੋਰਟਰ ਨੇ ਸਵਾਲ ਪੁੱਛਿਆ ਤੇ ਉਹਨਾਂ ਨੇ ਪੁੱਛਿਆ ਕਿ ਭਾਰਤ ਦੇ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਹਾਲਾਤ ਕੀ ਹੈ। ਤਾਂ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ। ਕੈਨੇਡਾ ਦੇ MP ਸੁਖ ਧਾਲੀਵਾਲ ਦੀ ਅਗਵਾਈ ਹੇਠ ਵਫਦ ਨੇ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸੀਓ ਦੇ ਨਾਲ ਮੁਲਾਕਾਤ ਕੀਤੀ ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰੀ ਮੰਦਭਾਗੀ ਜੋ ਘਟਨਾ ਵਾਪਰੀ ਹੈ ਇਸ ਬਾਰੇ ਚਰਚਾ ਕੀਤੀ ਹੈ। ਸੁਖ ਧਾਲੀਵਾਲ ਨੇ ਦੱਸਿਆ ਕਿ ਮੰਤਰੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਅਸੀਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਰਲ ਕੇ ਕੰਮ ਕਰ ਰਹੇ ਹਾਂ ਤੇ ਸਿੱਖਾਂ ਤੇ ਸਾਰੇ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਅਸੀਂ ਬਣਾਵਾਂਗੇ। BCCI ਵੱਲੋਂ ਵੈਸਟ ਇੰਡੀਜ਼ ਖਿਲਾਫ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ 2 ਟੈਸਟ ਮੈਚਾਂ ਅਤੇ 1 ਦਿਨ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਉੱਥੇ ਹੀ ਮੁਹੰਮਦ ਸ਼ਮੀ ਨੂੰ ਟੀਮ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਨੌਜਵਾਨ ਬੱਲੇਬਾਜ਼ ਜਿਹੜੇ ਜੈਸਵਾਲ ਅਤੇ ਰਿਤੂਰਾਜ ਗਾਇਕਵਾੜ ਨੂੰ ਥਾਂ ਮਿਲੀ ਹੈ ਇਸ ਟੀਮ ਦੇ ਵਿੱਚ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਵੀ ਵਾਪਸ ਆਏ ਨੇ। ਅਟਲਾਂਟਿਕ ਮਹਾਸਾਗਰ ਦੇ ਵਿੱਚ ਲਾਪਤਾ ਟਾਈਟਨ ਪਣਡੁੱਬੀ ਦੇ ਪਾਇਲਟ ਅਤੇ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਇਹ ਦੁਖਦ ਖਬਰ ਜਿਹੜੀ ਹੈਗੀ ਹੈ ਉਹ ਸਾਹਮਣੇ ਆਈ ਹੈ। AP ਦੀ ਰਿਪੋਰਟ ਦੇ ਮੁਤਾਬਕ ਖੋਜ ਮੁਹਿੰਮ ਦੇ ਵਿੱਚ ਲੱਗੀ ਕੰਪਨੀ ਨੇ ਵੀਰਵਾਰ 22 ਜੂਨ ਨੂੰ ਦੇਰ ਰਾਤ ਇਹ ਗੱਲ ਕਹੀ ਹੈ। ਇਸ ਤੋਂ ਪਹਿਲਾਂ US ਕੋਸਟ ਗਾਰਡ ਨੇ ਕਿਹਾ ਸੀ ਕਿ ਲਾਪਤਾ ਪਣਡੁੱਬੀ ਦੀ ਭਾਲ ਦੇ ਦੌਰਾਨ ਟਾਈਟੈਨਿਕ ਜਹਾਜ਼ ਦੇ ਨੇੜੇ ਮਲਬਾ ਦੇਖਿਆ। ਉਹਨਾਂ ਨੇ ਲਾਪਤਾ ਪਣਡੁੱਬੀ ਦਾ ਸੰਚਾਲਨ ਕਰਨ ਵਾਲੀ ਕੰਪਨੀ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਪਣਡੁੱਬੀ ਦੇ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਦੁਖਦਾਈ ਤੌਰ ਤੇ ਗਵਾ ਚੁੱਕੇ ਹਾਂ। ਕੰਪਨੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਡੇ ਸਾਰੇ ਜਿਹੜੇ ਮੈਂਬਰ ਹੈ ਉਹ ਪਰਿਵਾਰ ਉਹਨਾਂ ਦੇ ਨਾਲ ਹੈ ਤੇ ਅਸੀਂ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਮਦਦ ਹੋਵੇਗੀ ਅਸੀਂ ਪਰਿਵਾਰ ਨੂੰ ਮੁਹੱਈਆ ਕਰਾਵਾਂਗੇ। ਇਸ ਹਾਦਸੇ ਤੇ ਉਹਨਾਂ ਨੇ ਦੁੱਖ ਵੀ ਜ਼ਾਹਰ ਕੀਤਾ ਹੈ।